ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਮੈਂ ਸ਼ਹਿਨਾਜ਼ ਸਿੱਧੂ, ਪੰਜਾਬੀ ਮਿਸਟਰਸ, ਸਰਕਾਰੀ ਹਾਈ ਸਕੂਲ ਗਿੱਦੜ, ਜ਼ਿਲ੍ਹਾ ਬਠਿੰਡਾ ਤੋਂ। ਅੱਜ ਬੇਟਾ ਆਪਾਂ ਆਪਣੀ 9ਵੀਂ ਦੀ ਪਾਠ ਪੁਸਤਕ ਵੰਨਗੀ ਵਿੱਚ ਦਰਜ ਕਹਾਣੀ ਮੁਰਕੀਆਂ ਬਾਰੇ ਗੱਲ ਕਰਾਂਗੇ। ਮੁਰਕੀਆਂ ਕਹਾਣੀ ਨੌਰੰਗ ਸਿੰਘ ਦੀ ਲਿਖੀ ਹੋਈ ਹੈ। ਨੌਰੰਗ ਸਿੰਘ ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ ਹੈ। ਉਹਦਾ ਜਨਮ 1905 ਈਸਵੀ ਵਿੱਚ ਹੋਇਆ। ਉਹਦੀ ਮਾਤਾ ਦਾ ਨਾਂ ਸ਼੍ਰੀਮਤੀ ਭਗਵਾਨ ਕੌਰ ਤੇ ਪਿਤਾ ਦਾ ਨਾਂ ਸ਼੍ਰੀ ਪੂਰਨ ਸਿੰਘ ਸੀ। ਉਹਦਾ ਬਚਪਨ ਹੈ ਜਿਹੜਾ ਉਹ ਲਾਇਲਪੁਰ ਪਾਕਿਸਤਾਨ ਵਿੱਚ ਹੀ ਬੀਤਿਆ, ਜਿੱਥੇ ਉਹ ਜਨਮਿਆ ਸੀ। ਉਹਨੇ 1934 ਦੇ ਵਿੱਚ ਪਹਿਲੀ ਕਹਾਣੀ ਲਿਖੀ, ਜਿਹੜੀ ਉਸ ਸਮੇਂ ਪ੍ਰੀਤ ਲੜੀ ਮੈਗਜ਼ੀਨ ਦੇ ਵਿੱਚ ਛਪੀ ਸੀ। ਤੁਹਾਨੂੰ ਪਤਾ ਹੀ ਹੋਊਗਾ ਕਿ ਉਹ ਪੰਜਾਬੀ ਦਾ ਰਸਾਲਾ ਗੁਰਬਖਸ਼ ਸਿੰਘ ਪ੍ਰੀਤ ਲੜੀ ਸੰਪਾਦਿਤ ਕਰਦੇ ਸੀ। ਉਦੋਂ ਤੋਂ ਲਗਾਤਾਰ ਨੌਰੰਗ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸੰਪਰਕ 'ਚ ਰਹੇ। ਦੇਸ਼ ਵੰਡ ਤੋਂ ਬਾਅਦ ਉਹ ਖਰੜ ਤਹਿਸੀਲ ਦੇ ਇੱਕ ਪਿੰਡ ਵਿੱਚ ਆ ਕੇ ਵਸ ਗਏ। ਇੱਧਰਲੇ ਪੰਜਾਬ 'ਚ ਆ ਕੇ ਉਹਨਾਂ ਨੇ ਨੌਕਰੀ ਕੀਤੀ, ਪਰ ਉਹ ਲਗਾਤਾਰ ਕਹਾਣੀਆਂ ਲਿਖਦੇ ਰਹੇ। ਉਹਨਾਂ ਦੀਆਂ ਕੁਝ ਪ੍ਰਸਿੱਧ ਕਹਾਣੀਆਂ ਦੀਆਂ ਪੁਸਤਕਾਂ ਨੇ ਭੁੱਖੀਆਂ ਰੂਹਾਂ, ਬੋਝਲ ਪੰਡ, ਮਿਰਜ਼ੇ ਦੀ ਜੂਹ, ਬੂਹਾ ਖੁੱਲ੍ਹ ਗਿਆ, ਮੁਹਾਂਦਰੇ, ਅੰਨਾ ਖੂਹ। ਇਹ ਅੰਨਾ ਖੂਹ ਬੱਚਿਆਂ ਲਈ ਲਿਖੀ ਗਈ ਕਹਾਣੀ ਸੰਗ੍ਰਹਿ। ਆਪਣੇ ਸਿਲੇਬਸ ਦੇ ਵਿੱਚ, ਆਪਣੀ ਪੁਸਤਕ ਦੇ ਵਿੱਚ ਸ਼ਾਮਿਲ ਕੀਤੀ ਗਈ ਜਿਹੜੀ ਕਹਾਣੀ ਹੈ ਉਹ ਹੈ ਮੁਰਕੀਆਂ। ਬਹੁਤ ਹੀ ਚਰਚਿਤ ਕਹਾਣੀ ਹੈ ਇਹਨਾਂ ਦੀ। ਇਹ ਕਹਾਣੀ ਬੇਟਾ ਥੋੜੀ ਜਿਹੀ ਦਰਦਨਾਕ ਹੈ, ਆਪਣੇ ਦਿਲ ਨੂੰ ਛੂੰਹਦੀ ਹੈ, ਦਿਲ ਦੇ ਵਿੱਚ ਕਰੁਣਾ ਦੇ ਭਾਵ ਪੈਦਾ ਕਰਦੀ ਹੈ। ਦੋ ਬੱਚਿਆਂ ਦੀ ਕਹਾਣੀ ਹੈ, ਕਰੀਮੂ ਤੇ ਰਹੀਮੂ, ਦੋਨੇ ਭਰਾ ਨੇ। ਇੱਕ ਦੀ ਉਮਰ 14 ਸਾਲ ਦੇ ਲਗਭਗ ਹੈ ਤੇ ਇੱਕ 16 ਸਾਲ ਦਾ ਹੈ। ਕਰੀਮੂ ਵੱਡਾ ਹੈ। ਇਹ ਦੋਨੇ ਬੱਚੇ ਹੈ ਜਿਹੜੇ ਇਹਨਾਂ ਨੂੰ ਅਖਰੋਟ ਖੇਡਣ ਦਾ ਸ਼ੌਂਕ ਹੈ। ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਬੱਚੇ ਬੰਟੇ ਖੇਡਦੇ ਆ, ਗੋਲੀਆਂ ਖੇਡਦੇ ਆ, ਤਾਂ ਕਿਸੇ ਸਮੇਂ ਅਖਰੋਟ ਖੇਡਦੇ ਸੀ ਬੱਚੇ, ਜਾਂ ਕੌਡੀਆਂ ਖੇਡਦੇ ਸੀ। ਤਾਂ ਇਹਨਾਂ ਦਾ ਹੋਰ ਕਿਸੇ ਵੀ ਪਾਸੇ ਕੋਈ ਧਿਆਨ ਨਹੀਂ ਦੋਨਾਂ ਬੱਚਿਆਂ ਦਾ। ਸਾਰਾ ਦਿਨ ਅਖਰੋਟ ਖੇਡਦੇ ਰਹਿੰਦੇ ਆ। ਇਹਨਾਂ ਦੀ ਮਾਂ ਹੈ ਜਿਹੜੀ, ਉਹ ਲੰਮੇ ਸਮੇਂ ਤੋਂ ਬਿਮਾਰ ਹੈ, ਲਗਭਗ 1 ਮਹੀਨੇ ਤੋਂ ਮੰਜੇ ਤੇ ਪਈ ਹੈ। ਜਦੋਂ ਉਹ ਠੀਕ ਸੀ ਤਾਂ ਉਹ ਆਸੇ-ਪਾਸੇ ਲੋਕਾਂ ਦੇ ਵਿੱਚ ਕੰਮ ਕਰਦੀ ਸੀ, ਤਾਂ ਥੋੜ੍ਹਾ ਬਹੁਤ ਉਹਨਾਂ ਦਾ ਗੁਜ਼ਾਰਾ ਹੈ ਜਿਹੜਾ ਉਹ ਚੱਲ ਜਾਂਦਾ ਸੀ। ਖਾਣ ਪੀਣ ਦੇ ਲਈ ਕੁਝ ਨਾ ਕੁਝ ਉਹਨਾਂ ਨੂੰ ਮਿਲ ਜਾਂਦਾ ਸੀ। ਪਰ ਹੁਣ ਉਹਨਾਂ ਦੇ ਘਰ ਦੇ ਵਿੱਚ ਕੁਝ ਵੀ ਖਾਣ ਲਈ ਨਹੀਂ ਸੀ। ਮਾਂ ਦੀ ਉਹ ਕੋਈ ਦਵਾਈ ਨਹੀਂ ਸੀ ਦਵਾ ਸਕਦੇ ਕਿਸੇ ਹਸਪਤਾਲ ਤੋਂ, ਤੇ ਜੇ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਮੁਫਤ ਦਵਾਈਆਂ ਮਿਲਦੀਆਂ ਵੀ ਸੀ ਤਾਂ ਉੱਥੇ ਜਾਣ ਦੀ ਇਹਨਾਂ ਬੱਚਿਆਂ ਕੋਲ ਵਿਹਲ ਹੀ ਨਹੀਂ ਸੀ, ਕਿਉਂਕਿ ਸਾਰਾ ਦਿਨ ਇਹ ਅਖਰੋਟ ਖੇਡਦੇ ਰਹਿੰਦੇ, ਅਖਰੋਟ ਛੱਡਦੇ, ਕੌਡੀਆਂ ਖੇਡਦੇ ਰਹਿੰਦੇ। ਉਹਨਾਂ ਦੀ ਇਹ ਲਾਪਰਵਾਹੀ ਵਾਲਾ ਜਿਹੜਾ ਸੁਭਾਅ ਸੀ, ਸਾਰੇ ਪਿੰਡ ਵਾਸੀ ਆ ਜਿਹੜੇ, ਉਹਨਾਂ ਨੂੰ ਵੀ ਇਹ ਪਸੰਦ ਨਹੀਂ ਸੀ ਕਿ ਬੱਚੇ ਆ ਜਿਹੜੇ ਉਹ ਸਾਰਾ ਦਿਨ ਤੁਰੇ ਫਿਰਦੇ ਆ, ਖੇਡੀ ਜਾਂਦੇ ਆ, ਇੰਨੇ ਬੇਪਰਵਾਹ ਹੈ। ਤਾਂ ਉਹ ਪਿੰਡ ਵਾਸੀ ਆ ਜਿਹੜੇ, ਉਹ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦੇ। ਕੋਈ ਉਹਨਾਂ ਤੇ ਦਇਆ ਨਹੀਂ ਸੀ ਕਰਦਾ, ਉਹਨਾਂ ਨਾਲ ਗੱਲਾਂ ਬਾਤਾਂ ਨਹੀਂ ਸੀ ਕਰਦਾ। ਪਿੰਡ ਦਾ ਕੋਈ ਵੀ ਬੱਚਾ ਉਹਨਾਂ ਨਾਲ ਖੇਡਦਾ ਨਹੀਂ ਸੀ। ਜੇ ਇਹ ਉੱਥੇ ਪਿੰਡ ਦੇ ਵਿੱਚ ਕਿਸੇ ਦਿਨ ਚਲੇ ਵੀ ਜਾਂਦੇ ਤਾਂ ਲੋਕਾਂ ਦੀਆਂ ਥੋੜ੍ਹੀਆਂ ਬਹੁਤ ਗੱਲਾਂ ਬਾਤਾਂ ਸੁਣਦੇ, ਕਿਸੇ ਦੁਕਾਨ ਤੇ ਬੈਠ ਜਾਂਦੇ, ਹੱਟ ਤੇ ਬੈਠ ਜਾਂਦੇ। ਜੇ ਕੋਈ ਉੱਥੇ ਨਾ ਮਿਲਦਾ ਗੱਲਾਂ ਬਾਤਾਂ ਸੁਣਾਉਣ ਵਾਲਾ ਤਾਂ ਫਿਰ ਗੁਲੇਲ ਫੜ ਕੇ ਤੁਰ ਪੈਂਦੇ। ਕੋਸ਼ਿਸ਼ ਕਰਦੇ ਕਿ ਪੰਛੀ ਆ ਜਿਹੜੇ ਉਹਨਾਂ ਤੇ ਨਿਸ਼ਾਨੇ ਲਾਏ ਜਾਣ, ਪਰ ਪੰਛੀਆਂ ਨੂੰ ਦੇਖਣ ਸਾਰ ਰੌਲਾ ਪਾ ਦਿੰਦੇ। ਕੋਈ ਪੰਛੀ ਇਹਨਾਂ ਤੋਂ ਅੱਜ ਤੱਕ ਨਹੀਂ ਸੀ ਮਰਿਆ। ਤਾਂ ਸਵੇਰ ਤੋਂ ਸ਼ਾਮ ਇਹਨਾਂ ਦੀ ਕਿਵੇਂ ਹੋ ਜਾਂਦੀ ਇਹਨਾਂ ਨੂੰ ਆਪ ਨੂੰ ਪਤਾ ਹੀ ਨਹੀਂ ਸੀ ਲੱਗਦਾ। ਜਦੋਂ ਬਿਲਕੁਲ ਸ਼ਾਮ ਹੋ ਜਾਂਦੀ ਉਦੋਂ ਇਹ ਘਰ ਨੂੰ ਵਾਪਸ ਆਉਂਦੇ ਸੀ।
ਲੰਘਦੇ ਹੋਏ ਪਿੰਡ ਦੇ ਕੋਲ ਦੀ ਤਾਂ ਇਹਨਾਂ ਦਾ ਧਿਆਨ ਹੈ ਜਿਹੜਾ ਉਸ ਸਮੇਂ ਪਸ਼ੂ ਚਰਾ ਕੇ ਆਉਂਦੇ ਹਾਲੀਆਂ ਦੀਆਂ ਆਵਾਜ਼ਾਂ ਦੇ ਵਿੱਚ ਵੀ ਲੱਗਦਾ। ਤਾਂ ਇਹਨਾਂ ਦੇ ਮਨ ਦੇ ਵਿੱਚ ਇੱਕ ਹੂਕ ਜੀ ਉੱਠਦੀ। ਇਹਨਾਂ ਨੂੰ ਉਹ ਸਮਾਂ ਯਾਦ ਆਉਂਦਾ ਜਦੋਂ ਇਹਨਾਂ ਦਾ ਪਿਤਾ ਹੈ ਜਿਹੜਾ ਉਹ ਜਿਉਂਦਾ ਸੀ। ਇਹ ਯਾਦ ਕਰਦੇ ਆ ਕਿ ਉਦੋਂ ਸਾਡੇ ਕੋਲ 2 ਝੋਟੀਆਂ ਸੀ ਤੇ ਇੱਕ ਬੈੜਕੀ ਸੀ। ਉਹ ਵੀ ਪਸ਼ੂਆਂ ਨੂੰ ਚਾਰਦੇ ਹੁੰਦੇ ਸੀ, ਐਵੇਂ ਜਿਵੇਂ ਪਿੰਡ ਦੇ ਲੋਕ ਚਾਰਦੇ ਫਿਰਦੇ ਆ। ਫਿਰ ਉਹ ਖੇਤਾਂ ਕੋਲੋਂ ਲੰਘਦੇ ਤਾਂ ਅਚਾਨਕ ਇਹਨਾਂ ਦੇ ਪੈਰ ਰੁਕ ਜਾਂਦੇ। ਇਹ ਯਾਦ ਕਰਦੇ ਕਿ ਜਿਹੜੇ ਖੇਤਾਂ ਕੋਲੋਂ ਹੁਣ ਅਸੀਂ ਲੰਘ ਰਹੇ ਹਾਂ, ਕਦੇ ਇਹ ਸਾਡੀ ਪੈਲੀ ਹੁੰਦੀ ਸੀ। ਅਸਲ ਦੇ ਵਿੱਚ ਉਸਦੇ ਪਿਤਾ ਨੂੰ ਇੱਕ ਮਾੜੀ ਆਦਤ ਸੀ ਜੂਏ ਦੀ, ਜਿਹਦੇ ਵਿੱਚ ਉਹ ਆਪਣੀ ਜ਼ਮੀਨ ਵੀ ਗੁਆ ਬੈਠਾ ਸੀ ਤੇ ਆਪਣੇ ਪਸ਼ੂ ਵੀ ਗੁਆ ਬੈਠਾ ਸੀ। ਤੇ ਹੌਲੀ ਹੌਲੀ ਜਦੋਂ ਉਸਦੀ ਮੌਤ ਹੋ ਗਈ, ਉਸ ਤੋਂ ਬਾਅਦ ਘਰ ਹੈ ਜਿਹੜਾ ਉਹ ਬਿਲਕੁਲ ਖੁੰਗਲ ਹੋ ਗਿਆ, ਗਰੀਬ ਹੋ ਗਿਆ, ਨਾ ਕੁਝ ਖਾਣ ਨੂੰ ਬਚਿਆ। ਇੱਥੋਂ ਤੱਕ ਕਿ ਕੋਈ ਸਮਾਨ ਹੈ ਜਿਹੜਾ ਉਹ ਵੀ ਘਰ ਦੇ ਵਿੱਚ ਨਹੀਂ ਸੀ, ਕਿਉਂਕਿ ਜਦੋਂ ਰੋਜ਼ੀ ਰੋਟੀ ਨਹੀਂ ਸੀ ਕੋਈ ਤਾਂ ਬੱਚੇ ਹੈ ਜਿਹੜੇ ਉਹ ਇੱਕ ਇੱਕ ਕਰਕੇ ਸਮਾਨ ਵੇਚਦੇ ਗਏ ਕਿ ਦਿਨ ਦੇ ਵਿੱਚ ਘੱਟੋ ਘੱਟ ਇੱਕ ਸਮੇਂ ਤਾਂ ਉਹ ਰੋਟੀ ਖਾ ਸਕਣ। ਤਾਂ ਪਿੰਡ ਵਾਲੇ ਸੋਚਦੇ ਸੀ ਕਿ ਇਹ ਸਮਾਨ ਜਿਹੜਾ ਵੇਚਦੇ ਆ ਚੋਰੀ ਕਰਕੇ ਵੇਚਦੇ ਹੋਣਗੇ, ਇਸ ਕਰਕੇ ਵੀ ਉਹ ਇਹਨਾਂ ਬੱਚਿਆਂ ਨੂੰ ਚੰਗਾ ਨਹੀਂ ਸੀ ਸਮਝਦੇ। ਜਦੋਂ ਵੀ ਪਿੰਡ 'ਚ ਕਿਤੇ ਚੋਰੀ ਹੋ ਜਾਂਦੀ, ਸਾਰਿਆਂ ਦਾ ਧਿਆਨ ਪਹਿਲਾਂ ਇਹਨਾਂ ਬੱਚਿਆਂ ਵੱਲ ਹੀ ਜਾਂਦਾ। ਇਹਨਾਂ ਤੇ ਸ਼ੱਕ ਹੁੰਦਾ ਕਿ ਇਹਨਾਂ ਨੇ ਚੋਰੀ ਕੀਤੀ ਹੋਊਗੀ। ਕਿੰਨੇ ਵਾਰ ਘਰ ਹੈ ਜਿਹੜਾ ਉਹਦੀ ਤਲਾਸ਼ੀ ਵੀ ਹੋਈ, ਪਰ ਇਹਨਾਂ ਦੇ ਘਰੋਂ ਕਦੇ ਚੋਰੀ ਦਾ ਕੋਈ ਸਮਾਨ ਨਹੀਂ ਸੀ ਮਿਲਿਆ, ਕਿਉਂਕਿ ਇਹਨਾਂ ਬੱਚਿਆਂ ਨੇ ਕਦੇ ਚੋਰੀ ਨਹੀਂ ਸੀ ਕੀਤੀ। ਹੁਣ ਦੇਖੋ, ਇਹ ਬੱਚੇ ਹੈ ਜਿਹੜੇ ਇੰਨੇ ਜ਼ਿਆਦਾ ਗਰੀਬੀ ਦੇ ਵਿੱਚ ਲੰਘ ਰਹੇ ਸੀ। ਇਹਨਾਂ ਦੇ ਮਨ ਦੀ ਹਾਲਤ ਕਿਸ ਤਰ੍ਹਾਂ ਦੀ ਹੋਊਗੀ। ਕੋਈ ਇਹਨਾਂ ਨਾਲ ਗੱਲਬਾਤ ਨਹੀਂ ਸੀ ਕਰਦਾ, ਕੋਈ ਇਹਨਾਂ ਦੇ ਦੁੱਖ ਸੁੱਖ ਨੂੰ ਸਮਝਦਾ ਨਹੀਂ ਸੀ। ਜਦੋਂ ਇਹ ਪੁਰਾਣਾ ਸਮਾਂ ਆਪਦਾ ਯਾਦ ਕਰਦੇ, ਆਪਦੇ ਮਨ ਨੂੰ ਪਰਚਾਉਣ ਲਈ ਹੱਸਦੇ, ਇਹ ਸੋਚਦੇ ਕਿ ਚਲੋ ਚੰਗਾ ਹੋਇਆ ਪਿਤਾ ਨੇ ਪਸ਼ੂ ਹੈ ਜਿਹੜੇ ਉਹ ਵੀ, ਪੈਲੀ ਵੀ, ਸਾਰਾ ਕੁਝ ਉਹ ਜੂਏ 'ਚ ਹਾਰ ਗਿਆ ਸੀ, ਕਿਉਂਕਿ ਬਹੁਤ ਕੰਮ ਕਰਨਾ ਪੈਣਾ ਸੀ, ਗਲ ਫਾਹਾ ਪੈ ਜਾਣਾ ਸੀ ਜੇ ਸਾਰਾ ਕੁਝ ਹੁੰਦਾ। ਅਸਲ ਦੇ ਵਿੱਚ ਉਹ ਸਿਰਫ ਆਪਣੇ ਮਨ ਨੂੰ ਸਮਝਾਉਣ ਲਈ ਹੀ ਇਹ ਗੱਲਾਂ ਕਰਦੇ। ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸਾਫ਼ ਦਿਖਾਈ ਦਿੰਦੇ ਕਿ ਅੱਜ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਇੰਨੀ ਜ਼ਿਆਦਾ ਨਿੱਘਰੀ ਹੋਈ ਸੀ। ਤਾਂ ਬੇਟਾ, ਮਾਂ ਹੈ ਜਿਹੜੀ, ਜੇ ਕਦੇ ਉਹਨਾਂ ਕੋਲ ਸਮਾਂ ਹੁੰਦਾ, ਥੋੜਾ ਬਹੁਤ ਸਮਾਂ ਉਹ ਸ਼ਾਮ ਨੂੰ ਮਾਂ ਕੋਲ ਬੈਠਦੇ ਤਾਂ ਮਾਂ ਉਹਨਾਂ ਨੂੰ ਪੁਰਾਣੀਆਂ ਗੱਲਾਂ ਸੁਣਾਉਂਦੀ। ਜਦੋਂ ਉਹਨਾਂ ਦਾ ਪਿਤਾ ਜਿਉਂਦਾ ਹੁੰਦਾ ਸੀ ਤਾਂ ਉਹ ਦੱਸਦੀ ਕਿ ਤੁਹਾਡਾ ਪਿਤਾ ਹੈ ਜਿਹੜਾ ਉਹ ਇੰਨਾ ਮਾੜਾ ਬੰਦਾ ਨਹੀਂ ਸੀ। ਤਾਂ ਬੱਚੇ ਵੀ ਯਾਦ ਕਰਦੇ ਵੀ ਹਾਂ, ਜਦੋਂ ਸਾਡਾ ਪਿਤਾ ਜਿਉਂਦਾ ਸੀ ਤਾਂ ਸਾਡੇ ਘਰ ਖਾਣ ਨੂੰ ਕਿੰਨੇ ਦਾਣੇ ਹੁੰਦੇ ਸੀ, ਕਿੰਨੀਆਂ ਚੀਜ਼ਾਂ ਜਿਹੜੀਆਂ ਉਹ ਸਾਡਾ ਪਿਤਾ ਸਾਨੂੰ ਦਿੰਦਾ ਸੀ। ਛੱਲੀਆਂ ਭੁੰਨ ਕੇ ਖਵਾਉਂਦਾ ਸੀ, ਗੰਨੇ ਦਿੰਦਾ ਸੀ। ਘਰ ਅੱਜ ਵਾਂਗ ਕਦੇ ਵੀ ਖਾਲੀ ਨਹੀਂ ਸੀ। ਉਹਨਾਂ ਦੀ ਮਾਂ ਵੀ ਇਹੀ ਦੱਸਦੀ ਕਿ ਮਾੜਾ ਵੇਲਾ ਆਇਆ, ਸਾਰਾ ਕੁਝ ਘਰ ਦਾ ਵਿਕ ਗਿਆ। ਤਾਂ ਮੈਂ ਇੱਕ ਵਾਰ ਤੁਹਾਡੇ ਪਿਤਾ ਨੂੰ ਕਿਹਾ ਸੀ ਕਿ ਮੇਰੇ ਕੰਨਾਂ ਦੀਆਂ ਇਹ ਮੁਰਖੀਆਂ ਇਹ ਵੀ ਵੇਚ ਦਿਓ, ਪਰ ਇੰਨਾ ਮਾੜਾ ਸਮਾਂ ਆਉਣ ਤੇ ਵੀ ਤੁਹਾਡੇ ਪਿਤਾ ਨੇ ਮੇਰੀਆਂ ਇਹ ਮੁਰਖੀਆਂ ਵੇਚੀਆਂ ਨਹੀਂ। ਵਿਆਹ ਤੋਂ ਬਾਅਦ ਉਹਨਾਂ ਨੇ ਇਹ ਮੈਨੂੰ ਮੁਰਖੀਆਂ ਕਢਾ ਕੇ ਦਿੱਤੀਆਂ ਸੀ ਤੇ ਕਿਹਾ ਸੀਗਾ ਕਿ ਜਿੰਨੀ ਦੇਰ ਇਹ ਅਸੀਂ ਜਿਉਂਦੇ ਆ, ਮੈਂ ਸਾਰੀ ਉਮਰ ਤੇਰੇ ਕੰਨਾਂ 'ਚ ਇਹ ਮੁਰਖੀਆਂ ਜਿਹੜੀਆਂ ਉਹ ਲਮਕਦੀਆਂ ਦੇਖਣੀਆਂ ਚਾਹੁੰਦਾ। ਕਹਿਣ ਦਾ ਭਾਵ ਕਿ ਹੁਣ ਉਹਨਾਂ ਕੋਲ ਸਿਰਫ ਮਾਂ ਦੇ ਕੰਨਾਂ ਦੇ ਵਿੱਚ ਜਿਹੜੀਆਂ ਮੁਰਖੀਆਂ ਪਾਈਆਂ ਹੋਈਆਂ ਸੀ, ਉਹੀ ਇੱਕ ਉਹਨਾਂ ਦੀ ਜਾਇਦਾਦ ਸੀ, ਹੋਰ ਉਹਨਾਂ ਕੋਲ ਕੁਝ ਵੀ ਨਹੀਂ ਸੀ। ਉਹਨਾਂ ਦੀ ਮਾਂ ਹੈ ਜਿਹੜੀ ਉਹ ਗੱਲਾਂ ਦੇ ਵਿੱਚ ਬੱਚਿਆਂ ਨੂੰ ਦੱਸਦੀ ਕਿ ਜਦੋਂ ਮੈਂ ਮਰ ਗਈ ਤਾਂ ਇਹ ਮੁਰਖੀਆਂ ਤੁਸੀਂ ਮੇਰੇ ਕੰਨਾਂ 'ਚੋਂ ਲਾਉਣੀਆਂ ਨਹੀਂ, ਕਿਉਂਕਿ ਇਹ ਤੁਹਾਡੇ ਪਿਤਾ ਦੀ ਆਖਰੀ ਨਿਸ਼ਾਨੀ ਹੈ ਮੇਰੇ ਕੋਲੇ। ਇਹਨੂੰ ਵੀ ਕਬਰ ਦੇ ਵਿੱਚ ਤੁਸੀਂ ਮੇਰੇ ਨਾਲ ਹੀ ਦਬਾ ਦੇਣਾ। ਹੁਣ ਬੱਚੇ ਆ ਜਿਹੜੇ ਮਾਂ ਦੀ ਗੱਲ ਸੁਣਦੇ, ਫਿਰ ਆਪਸ ਦੇ ਵਿੱਚ ਉਸ ਬਾਰੇ ਗੱਲਾਂ ਕਰਦੇ ਵੀ ਕੋਈ ਸੋਨਾ ਹੈ ਜਿਹੜਾ ਉਹ ਵੀ ਮਿੱਟੀ 'ਚ ਦਬਾ ਦਿੰਦਾ, ਕਿਉਂਕਿ ਉਹਨਾਂ ਦੇ ਲਈ ਬੇਟਾ, ਬੱਚਿਆਂ ਦੇ ਲਈ ਸਭ ਤੋਂ ਵੱਡੀ ਭੁੱਖ ਸੀ। ਮੁਰਖੀਆਂ ਜਿਹੜੀਆਂ ਉਹਨਾਂ ਦੀਆਂ ਕਈ ਲੋੜਾਂ ਪੂਰੀਆਂ ਕਰ ਸਕਦੀਆਂ ਸੀ।
ਕਈ ਸਮਾਂ ਉਹਨਾਂ ਨੂੰ ਖਾਣ ਲਈ ਰੋਟੀ ਦੇ ਸਕਦੀਆਂ ਸੀ, ਪਰ ਮਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਸੀ ਉਹਨਾਂ ਮੁਰਗੀਆਂ ਦੇ ਨਾਲ। ਉਹ ਉਹਨਾਂ ਮੁਰਗੀਆਂ ਨੂੰ ਆਪਣੇ ਆਪ ਤੋਂ ਅਲੱਗ ਨਹੀਂ ਸੀ ਕਰਨਾ ਚਾਹੁੰਦੀ। ਤਾਂ ਇਸ ਤਰ੍ਹਾਂ ਬੇਟਾ ਇੱਕ ਦਿਨ ਉਹਨਾਂ ਦੀ ਮਾਂ ਹੈ ਜਿਹੜੀ ਉਹ ਮਰ ਜਾਂਦੀ ਹੈ। ਹੁਣ ਇਹਨਾਂ ਬੱਚਿਆਂ ਦੀ ਇੰਨੀ ਮਾੜੀ ਹਾਲਤ ਹੈ ਕਿ ਪਿੰਡ ਦੇ ਵਿੱਚੋਂ ਕੋਈ ਵੀ ਉਹਨਾਂ ਨੂੰ ਦਿਲਾਸਾ ਦੇਣ ਨਹੀਂ ਆਉਂਦਾ, ਕੋਈ ਵੀ ਮਾਂ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਿਲ ਹੋਣ ਨਹੀਂ ਆਉਂਦਾ। ਬੱਚੇ ਆਪਣੇ ਆਪ ਹੀ ਕਬਰ ਪੁੱਟਦੇ ਹੈ ਤੇ ਮਾਂ ਨੂੰ ਉੱਥੇ ਦੱਬੇ ਆਉਂਦੇ ਹੈ ਮੁਰਗੀਆਂ ਦੇ ਸਮੇਤ। ਘਰ ਆ ਕੇ ਭੁੱਖਣ ਭਾਣੇ ਪੈ ਜਾਂਦੇ ਹੈ। ਰਾਤ ਨੂੰ ਕਿੰਨੀ ਦੇਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਭੁੱਖ ਲੱਗੀ ਹੁੰਦੀ ਹੈ। ਹੁਣ ਉਹ ਇੱਕ ਦੂਸਰੇ ਦੇ ਨਾਲ ਗੱਲ ਕਰਦੇ ਹੈ। ਛੋਟਾ ਬੱਚਾ ਜਦੋਂ ਵੱਡੇ ਨੂੰ ਕਹਿੰਦਾ ਹੈ ਮੈਨੂੰ ਭੁੱਖ ਲੱਗੀ ਹੈ, ਤਾਂ ਉਹ ਕਹਿੰਦਾ ਘਰ ਦੇ ਵਿੱਚ ਤਾਂ ਕੁਝ ਵੀ ਨਹੀਂ ਖਾਣ ਨੂੰ। ਹੁਣ ਦੋਨਾਂ ਦੇ ਦਿਮਾਗ ਦੇ ਵਿੱਚ ਇੱਕ ਹੀ ਗੱਲ ਚੱਲ ਰਹੀ ਹੈ, ਇੱਕ ਹੀ ਸੋਚ ਹੈ, ਉਹ ਹੈ ਮਾਂ ਦੀਆਂ ਮੁਰਗੀਆਂ। ਕਿ ਮਾਂ ਦੀਆਂ ਮੁਰਗੀਆਂ ਜਿਹੜੀਆਂ ਉਹਨਾਂ ਨੂੰ ਵੇਚ ਕੇ ਕੁਝ ਦਿਨ ਖਾਣਾ ਮਿਲ ਸਕਦਾ ਹੈ। ਇਸ ਭਾਵਨਾ ਨੂੰ ਲੈ ਕੇ ਹੀ ਫਿਰ ਉਹ ਦੁਬਾਰਾ ਕਬਰ ਤੇ ਜਾਂਦੇ ਆ ਤਾਂ ਕਬਰ ਪੁੱਟਣ ਦੀ ਕੋਸ਼ਿਸ਼ ਕਰਦੇ ਆ। ਟਿਕੀ ਰਾਤ ਦੇ ਵਿੱਚ ਕਬਰ ਤੇ ਟੱਕ ਮਾਰਦੇ ਆ ਕਿ ਮਾਂ ਦੀਆਂ ਮੁਰਗੀਆਂ ਜਿਹੜੀਆਂ ਉਹਨਾਂ ਨੂੰ ਕੱਢ ਲਿਆਂਦਾ ਜਾਵੇ। ਪਰ ਫਿਰ ਮਾਂ ਦੇ ਕਹੇ ਹੋਏ ਸ਼ਬਦ ਹੈ ਜਿਹੜੇ ਉਹਨਾਂ ਦੇ ਮਨ ਤੇ ਭਾਰੂ ਹੋ ਜਾਂਦੇ ਆ। ਉਹਨਾਂ ਨੂੰ ਇਉਂ ਲੱਗਦਾ ਵੀ ਕਲਪਨਾ ਦੇ ਵਿੱਚੋਂ ਮਾਂ ਹੈ ਜਿਹੜੀ ਉਹ ਫਿਰ ਉਹਨਾਂ ਨੂੰ ਬੋਲ ਕੇ ਕਹਿ ਰਹੀ ਹੈ ਕਿ ਕਬਰ ਵਿੱਚ ਮੇਰੇ ਨਾਲ ਹੀ ਦਬਾ ਦੇਣੀਆਂ ਮੇਰੀਆਂ ਮੁਰਗੀਆਂ, ਤੁਹਾਡੇ ਅੱਬਾ ਦੀ ਯਾਦ ਬੱਚਾ। ਇਹ ਸ਼ਬਦ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਮਾਂ ਜਿਹੜੀ ਉਹ ਦੁਬਾਰਾ ਫਿਰ ਕਹਿ ਰਹੀ ਹੈ, ਤਾਂ ਉਹ ਕਬਰ ਹੈ ਜਿਹੜੀ ਉਹਨੂੰ ਪੁੱਟ ਨਹੀਂ ਸਕਦੇ। ਤੇ ਉਸੇ ਤਰ੍ਹਾਂ ਘਰ ਵਾਪਸ ਆ ਕੇ ਆਪਣੇ ਹੰਝੂ ਪੂੰਝ ਕੇ ਭੁੱਖਣ ਭਾਣੇ ਫਿਰ ਉਹਨਾਂ ਮੰਜਿਆਂ ਤੇ ਆ ਕੇ ਪੈ ਜਾਂਦੇ ਆ। ਤਾਂ ਇਸ ਤਰ੍ਹਾਂ ਬੇਟਾ ਇਹ ਕਹਾਣੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਹੁਣ ਇਹ ਕਹਾਣੀ ਹੈ ਜਿਹੜੀ ਉਹ ਪਾਠਕਾਂ ਤੇ ਕਹਾਣੀਕਾਰ ਨੇ ਛੱਡਤਾ ਨਿਰਣਾ ਕਿ ਭਾਵਨਾਵਾਂ ਜ਼ਿਆਦਾ ਵੱਡੀਆਂ ਨੇ, ਆਪਸੀ ਮੋਹ ਜਾਂ ਲਗਾਵ ਜ਼ਿਆਦਾ ਵੱਡਾ ਹੈ ਜਾਂ ਭੁੱਖ ਜ਼ਿਆਦਾ ਵੱਡੀ ਹੈ। ਤਾਂ ਦੋਨੇ ਚੀਜ਼ਾਂ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਣੀ ਆਪਣੀ ਅਹਿਮੀਅਤ ਹੈ ਬੇਟਾ। ਭੁੱਖੇ ਵੀ ਨਹੀਂ ਰਿਹਾ ਜਾ ਸਕਦਾ ਤੇ ਭਾਵਨਾਵਾਂ ਤੋਂ ਬਿਨਾਂ ਵੀ ਜ਼ਿੰਦਗੀ ਹੈ ਜਿਹੜੀ ਉਹ ਨਹੀਂ ਜਿਉਈ ਜਾ ਸਕਦੀ। ਜਦੋਂ ਆਪਾਂ ਇਸ ਕਹਾਣੀ ਦਾ ਅਭਿਆਸ ਦੇਖਦੇ ਹਾਂ ਤਾਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਦਿੱਤੇ ਹੋਏ ਹੈ। ਜੇ ਅਸੀਂ ਉਹ ਪੜ੍ਹ ਲਈਏ ਤਾਂ ਸਾਨੂੰ ਕਈ ਗੱਲਾਂ ਜਿਹੜੀਆਂ ਕਹਾਣੀ ਦੇ ਵਿੱਚ ਸੌਖੀਆਂ ਸਮਝ ਆ ਜਾਂਦੀਆਂ ਨੇ। ਉਸ ਤੋਂ ਬਾਅਦ ਪਹਿਲਾ ਪ੍ਰਸ਼ਨ ਹੈ, ਮੁਰਗੀਆਂ ਕਹਾਣੀ ਦਾ ਸਾਰ ਆਪਣੇ ਸ਼ਬਦਾਂ 'ਚ ਲਿਖੋ। ਤਾਂ ਸਾਰੀ ਕਹਾਣੀ ਹੁੰਦੀ ਹੈ ਜਿਸ ਤਰ੍ਹਾਂ ਨਾਲ ਮੈਂ ਤੁਹਾਨੂੰ ਕਹਾਣੀ ਸੁਣਾਤੀ, ਉਸ ਨੂੰ ਉਵੇਂ ਹੀ ਘਟਨਾਵਾਂ ਜਿਹੜੀਆਂ ਯਾਦ ਰੱਖਦੇ ਹੋਏ ਤੁਸੀਂ ਸਾਰ ਲਿਖ ਲੈਣਾ। ਦੂਸਰਾ ਪ੍ਰਸ਼ਨ ਹੈ, ਕਰੀਮੂ ਤੇ ਰਹੀਮੂ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਕਿਉਂ ਨਹੀਂ ਕਰਦੇ। ਹੁਣ ਇਸ ਕਹਾਣੀ ਦੇ ਵਿੱਚ ਉਹਨਾਂ ਨੂੰ ਬਿਮਾਰ ਪਈ ਮਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਉਹ ਆਪਣੇ ਖੇਡ ਦੇ ਵਿੱਚ ਸਾਰਾ ਦਿਨ ਮਸਤ ਹੁੰਦੇ ਹੈ ਕਿਉਂਕਿ ਉਹਨਾਂ ਨੂੰ ਖੇਡਣ ਦੇ ਨਾਲ ਜ਼ਿਆਦਾ ਪਿਆਰ ਹੈ। ਲੰਮੇ ਸਮੇਂ ਤੋਂ ਮਾਂ ਹੈ ਜਿਹੜੀ ਉਹ ਬਿਮਾਰ ਹੈ। ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਇਹਦਾ ਕੋਈ ਇਲਾਜ ਤਾਂ ਕਰ ਨਹੀਂ ਸਕਦੇ। ਉਹ ਉਸੇ ਤਰ੍ਹਾਂ ਉਹਨੂੰ ਦੇਖਦੇ ਆ, ਉਹਨਾਂ ਨੂੰ ਦੇਖਣ ਦੀ ਉਸੇ ਤਰ੍ਹਾਂ ਆਦਤ ਪੈ ਜਾਂਦੀ ਹੈ ਤੇ ਉਹ ਆਪਣਾ ਸਾਰਾ ਸਮਾਂ ਖੇਡ ਦੇ ਵਿੱਚ ਲੱਗੇ ਰਹਿੰਦੇ ਹੈ, ਪੈਰੋਂ ਨੰਗੇ, ਬਿਨਾਂ ਕਿਸੇ ਸਾਫ਼ ਸਫਾਈ ਦੇ। ਇੰਨਾ ਜ਼ਿਆਦਾ ਖੇਡ ਦੇ ਵਿੱਚ ਰੁੱਝੇ ਰਹਿੰਦੇ ਆ ਕਿ ਉਹਨਾਂ ਨੂੰ ਬਿਮਾਰ ਪਈ ਮਾਂ ਦੀ ਵੀ ਕੋਈ ਪਰਵਾਹ ਨਹੀਂ ਹੁੰਦੀ। ਤੀਸਰਾ ਪ੍ਰਸ਼ਨ ਹੈ, ਆਥਣ ਸਮੇਂ ਘਰਾਂ ਨੂੰ ਮੁੜਦੇ ਬਾਗੀਆਂ ਨੂੰ ਵੇਖ ਕੇ ਕਰੀਮੂ ਤੇ ਰਹੀਮੂ ਦੀ ਕੀ ਸੋਚਦੇ ਸਨ। ਜਦੋਂ ਉਹ ਆਥਣ ਸਮੇਂ ਦੇਖਦੇ ਆ ਕਿ ਬਾਗੀ ਹੈ ਜਿਹੜੇ ਉਹ ਪਸ਼ੂਆਂ ਨੂੰ ਲੈ ਕੇ ਘਰ ਨੂੰ ਮੁੜ ਰਹੇ ਹੈ, ਤਾਂ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਸਾਡੇ ਕੋਲ ਵੀ ਪਸ਼ੂ ਕਿਸੇ ਸਮੇਂ ਹੁੰਦੇ ਸੀ, ਅਸੀਂ ਵੀ ਇਸੇ ਤਰ੍ਹਾਂ ਪਸ਼ੂਆਂ ਨੂੰ ਚਰਾਉਂਦੇ ਹੁੰਦੇ ਸੀ। ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਉੱਠਦੀ ਹੈ ਕਿ ਅੱਜ ਸਾਡੀ ਸਥਿਤੀ ਹੈ ਜਿਹੜੀ ਉਹਦੇ ਨਾਲੋਂ ਪਹਿਲਾਂ ਜਦੋਂ ਸਾਡਾ ਪਿਓ ਜਿਉਂਦਾ ਸੀ ਉਦੋਂ ਕਿੰਨੀ ਵਧੀਆ ਸੀ। ਚੌਥਾ ਪ੍ਰਸ਼ਨ ਹੈ, ਕਰੀਮੂ ਤੇ ਰਹੀਮੂ ਆਪਣੀ ਭੌਂ ਤੇ ਡੰਗਰ ਵੱਛਾ ਖੁੱਸਣ ਤੇ ਆਪਣੇ ਆਪ ਨੂੰ ਕਿਵੇਂ ਧਰਵਾਸ ਦਿੰਦੇ ਸਨ। ਹੁਣ ਆਥਣ ਨੂੰ ਜਦੋਂ ਉਹ ਆਪਣੇ ਘਰ ਮੁੜਦੇ ਤਾਂ ਉਹ ਗੱਲਾਂ ਕਰਦੇ ਵੀ ਸਾਡੇ ਕੋਲ ਜ਼ਮੀਨ ਹੈ ਜਿਹੜੀ ਸਾਡੇ ਕੋਲ ਹੁੰਦੀ ਸੀ, ਅਸੀਂ ਜ਼ਮੀਨ ਤੇ ਉਪਜ ਉਗਾਉਂਦੇ ਸੀ,
ਪਸ਼ੂ ਹੈ ਜਿਹੜੇ ਉਹਨਾਂ ਨੂੰ ਵੀ ਦੂਜੇ ਹਾਲੀਆਂ ਦੀ ਤਰ੍ਹਾਂ ਚਰਾਉਂਦੇ ਸੀ। ਪਰ ਨਾਲ ਹੀ ਫਿਰ ਗੱਲ ਕਰਦੇ ਆ ਕਿ ਸਾਡਾ ਪਿਤਾ ਹੈ ਜਿਹੜਾ ਉਹ ਜੂਏ ਵਿੱਚ ਸਾਰਾ ਕੁਝ ਹਾਰ ਗਿਆ। ਹੁਣ ਇਸ ਗੱਲ ਦਾ ਉਹਨਾਂ ਦੇ ਮਨ ਦੇ ਵਿੱਚ ਅਫਸੋਸ ਤਾਂ ਬਹੁਤ ਸੀ, ਪਰ ਆਪਣੇ ਆਪ ਨੂੰ ਧਰਵਾਸ ਦੇਣ ਲਈ ਕਹਿੰਦੇ ਸੀ ਚਲੋ ਚੰਗਾ ਹੋਇਆ, ਨਹੀਂ ਤਾਂ ਗਲਫਾਹਾ ਪੈ ਜਾਂਦਾ। ਜ਼ਮੀਨ ਤੇ ਪਸ਼ੂ ਹੈ ਜਿਹੜੇ ਉਹ ਸਾਹਮਣੇ ਪੈਂਦੇ ਤਾਂ ਉਹ ਫਿੱਕਾ ਜਿਹਾ ਹੱਸਦੇ, ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਹੁੰਦੇ। 5ਵਾਂ ਪ੍ਰਸ਼ਨ ਹੈ, ਕਰੀਮੂ ਤੇ ਰਹੀਮੂ ਬਾਰੇ ਪਿੰਡ ਦੇ ਲੋਕਾਂ ਦੀ ਕੀ ਰਾਏ ਸੀ? ਤਾਂ ਕਰੀਮੂ ਤੇ ਰਹੀਮੂ ਨੂੰ ਪਿੰਡ ਦੇ ਲੋਕ ਬਿਲਕੁਲ ਚੰਗਾ ਨਹੀਂ ਸੀ ਸਮਝਦੇ। ਉਹ ਸਾਰਾ ਦਿਨ ਇਹਨਾਂ ਦੇ ਪਿੰਡ ਦੇ ਵਿੱਚ ਖੇਡਦੇ ਫਿਰਦੇ ਰਹਿਣ ਤੋਂ ਵੀ ਬਹੁਤ ਦੁਖੀ ਸੀ। ਉਹਨਾਂ ਨੂੰ ਇਉਂ ਲੱਗਦਾ ਸੀ ਕਿ ਇਹ ਕੰਮ ਕੋਈ ਵੀ ਨਹੀਂ ਕਰਦੇ ਤੇ ਸਾਰਾ ਦਿਨ ਅਵਾਰਾ ਬੱਚਿਆਂ ਦੀ ਤਰ੍ਹਾਂ ਖੇਡਦੇ ਰਹਿੰਦੇ ਐ। ਉਹਨਾਂ ਨੂੰ ਇਉਂ ਲੱਗਦਾ ਸੀ ਕਿ ਇਹ ਜ਼ਰੂਰ ਕੋਈ ਨਾ ਕੋਈ ਚੋਰੀ ਕਰਦੇ ਆ। ਪਿੰਡ 'ਚ ਜਦੋਂ ਵੀ ਕੋਈ ਚੀਜ਼ ਚੋਰੀ ਹੋ ਜਾਂਦੀ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਸ਼ੱਕ ਹੈ ਜਿਹੜਾ ਕਰੀਮੂ ਤੇ ਰਹੀਮੂ ਤੇ ਹੀ ਪੈਂਦਾ, ਕਿਉਂਕਿ ਉਹਨਾਂ ਨੇ ਕਰੀਮੂ ਤੇ ਰਹੀਮੂ ਨੂੰ ਕਈ ਵਾਰ ਹੱਟੀ ਤੇ ਕੋਈ ਨਾ ਕੋਈ ਸਮਾਨ ਵੇਚਦੇ ਹੋਏ ਦੇਖਿਆ ਸੀ। ਵੇਚਦੇ ਉਹ ਅਸਲ ਦੇ ਵਿੱਚ ਆਪਣੇ ਘਰ ਦਾ ਹੀ ਸਮਾਨ ਸੀ, ਕਿਉਂਕਿ ਉਹਨਾਂ ਦੇ ਕੋਲ ਆਮਦਨ ਦਾ ਕੋਈ ਸਾਧਨ ਹੀ ਨਹੀਂ ਸੀ। 6ਵਾਂ ਪ੍ਰਸ਼ਨ ਹੈ, ਮਾਂ ਨੂੰ ਆਪਣੀਆਂ ਮੁਰਗੀਆਂ ਬਾਰੇ ਪੁੱਤਰਾਂ ਤੇ ਕੀ ਸ਼ੱਕ ਸੀ? ਹੁਣ ਘਰ ਦੇ ਵਿੱਚ ਖਾਣ ਦੇ ਲਈ ਕੁਝ ਵੀ ਨਹੀਂ ਸੀ, ਆਮਦਨ ਦਾ ਕੋਈ ਸਾਧਨ ਨਹੀਂ ਸੀ। ਸਾਰੇ ਦਿਨ 'ਚ ਬੱਚੇ ਹੈ ਜਿਹੜੇ ਉਹ ਇੱਕ ਵਾਰ ਰੋਟੀ ਖਾਂਦੇ ਸੀ, ਉਹ ਵੀ ਆਪਣੇ ਆਪ ਲਾਉਂਦੇ ਸੀ ਤੇ ਲੂਣ ਨਾਲ ਖਾ ਲੈਂਦੇ ਸੀ। ਹੁਣ ਇੱਕੋ ਇੱਕ ਜਾਇਦਾਦ ਘਰ ਦੇ ਵਿੱਚ ਜੇ ਕੋਈ ਸੀ ਤਾਂ ਉਹ ਸੀ ਮਾਂ ਦੇ ਕੰਨਾਂ ਵਿੱਚ ਪਾਈਆਂ ਹੋਈਆਂ ਮੁਰਗੀਆਂ। ਤਾਂ ਮਾਂ ਨੂੰ ਇਉਂ ਲੱਗਦਾ ਸੀ ਕਿ ਉਹਦੇ ਬੱਚੇ ਆ ਜਿਹੜੇ ਜਦੋਂ ਉਹ ਮਰ ਗਈ ਇਹ ਮੁਰਗੀਆਂ ਲਾ ਕੇ ਵੇਚ ਦੇਣਗੇ। 7ਵਾਂ ਪ੍ਰਸ਼ਨ ਹੈ, ਕਰੀਮੂ ਤੇ ਰਹੀਮੂ ਦੀ ਮਾਂ ਨੂੰ ਆਪਣੀਆਂ ਮੁਰਗੀਆਂ ਨਾਲ ਇੰਨਾ ਮੋਹ ਕਿਉਂ ਸੀ? ਕਰੀਮੂ ਤੇ ਰਹੀਮੂ ਦੀ ਮਾਂ ਦੀਆਂ ਦਿਲੀ ਭਾਵਨਾਵਾਂ ਉਹਨਾਂ ਮੁਰਗੀਆਂ ਨਾਲ ਜੁੜੀਆਂ ਹੋਈਆਂ ਸੀ, ਕਿਉਂਕਿ ਇਹ ਮੁਰਗੀਆਂ ਉਹਦੇ ਪਤੀ ਨੇ ਵਿਆਹ ਤੋਂ ਬਾਅਦ ਉਹਨੂੰ ਬਣਾ ਕੇ ਦਿੱਤੀਆਂ ਸੀ। ਤਾਂ ਉਹਦੀ ਮਾਂ ਦੇ ਅਨੁਸਾਰ ਘਰ ਦੇ ਉੱਤੇ ਇੰਨਾ ਮਾੜਾ ਸਮਾਂ ਆਇਆ ਤਾਂ ਉਹਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਮੁਰਗੀਆਂ ਵੀ ਆਪਾਂ ਵੇਚ ਦੇਈਏ, ਪਰ ਉਸ ਦਾ ਪਤੀ ਹੈ ਜਿਹੜਾ ਇਹ ਮੁਰਗੀਆਂ ਵੇਚਣ ਦੇ ਲਈ ਮੰਨਿਆ ਨਹੀਂ ਸੀ, ਕਿਉਂਕਿ ਉਹ ਚਾਹੁੰਦਾ ਸੀ ਕਿ ਸਾਰੀ ਉਮਰ ਇਹ ਮੁਰਗੀਆਂ ਉਹਦੇ ਕੰਨਾਂ ਦੇ ਵਿੱਚ ਲਮਕਦੀਆਂ ਰਹਿਣ। ਕਬਰ ਵਿੱਚ ਮੇਰੇ ਨਾਲ ਦਬਾ ਦੇਣੀਆਂ ਮੇਰੀਆਂ ਮੁਰਗੀਆਂ, ਤੁਹਾਡੇ ਅੱਬਾ ਦੀ ਯਾਦ ਬੱਚਾ। ਕਲਪਨਾ 'ਚ ਕਬਰ 'ਚੋਂ ਆਏ ਮਾਂ ਦੇ ਬੋਲਾਂ ਨੇ ਕਰੀਮੂ ਤੇ ਰਹੀਮੂ ਤੇ ਕੀ ਅਸਰ ਪਾਇਆ? ਹੁਣ ਇਹ ਸ਼ਬਦ ਹੈ ਜਿਹੜੇ ਮਰਨ ਤੋਂ ਪਹਿਲਾਂ ਮਾਂ ਆਪਣੇ ਬੱਚਿਆਂ ਨੂੰ ਕਹਿੰਦੀ ਹੈ, ਤਾਂ ਉਹ ਮੁਰਗੀਆਂ ਦੇ ਸਮੇਤ ਹੀ ਆਪਣੀ ਮਾਂ ਨੂੰ ਕਬਰ ਦੇ ਵਿੱਚ ਦਬਾ ਦਿੰਦੇ ਆ। ਫਿਰ ਜਦੋਂ ਭੁੱਖ ਨਾਲ ਬੇਹਾਲ ਹੁੰਦੇ ਆ ਤਾਂ ਸੋਚਦੇ ਆ ਕਿ ਮੁਰਗੀਆਂ ਸਾਨੂੰ ਲਾਹ ਲੈਣੀਆਂ ਚਾਹੀਦੀਆਂ ਸੀ। ਦੁਬਾਰਾ ਕਬਰ ਪੁੱਟਣ ਦੇ ਲਈ ਜਾਂਦੇ ਆ, 4 ਟੱਕ ਵੀ ਮਾਰਦੇ ਆ ਕਿ ਮੁਰਗੀਆਂ ਲਾਹ ਲਈਏ, ਤਾਂ ਫਿਰ ਕਲਪਨਾ 'ਚ ਉਹਨਾਂ ਨੂੰ ਮਾਂ ਦੇ ਇਹ ਸ਼ਬਦ ਦੁਬਾਰਾ ਸੁਣਾਈ ਦਿੰਦੇ ਆ। ਤਾਂ ਇਹਨਾਂ ਸ਼ਬਦਾਂ ਦਾ ਅਸਰ ਹੁੰਦਾ ਹੈ ਕਿ ਉਹ ਉੱਥੇ ਹੀ ਮਾਂ ਨੂੰ ਮੁਰਗੀਆਂ ਦੇ ਸਮੇਤ ਕਬਰ ਦੇ ਵਿੱਚ ਛੱਡ ਕੇ ਹੀ ਭੁੱਖਣ ਭਾਣੇ ਰੋਂਦੇ ਹੋਏ ਫਿਰ ਆਪਣੇ ਘਰ ਵਾਪਸ ਆ ਜਾਂਦੇ ਆ।